ਸਤਿ ਸ਼੍ਰੀ ਅਕਾਲ ਜੀ। ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਪਰਮਿੰਦਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਿੱਧੇ ਸਵਾਲ। ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉੱਘੇ ਵਿਦਵਾਨ ਜਿਨ੍ਹਾਂ ਨੇ ਕਾਫੀ ਲੰਮਾ ਅਰਸਾ ਸਿੱਖ ਇਤਿਹਾਸ ਸਿੱਖ ਧਰਮ ਬਾਰੇ ਅਧਿਐਨ ਕੀਤਾ ਹੈ, ਕਿਤਾਬਾਂ ਲਿਖੀਆਂ ਨੇ, ਆਰਟੀਕਲ ਲਿਖੇ ਨੇ, ਬਹੁਤ ਸਾਰੇ ਚੈਨਲਾਂ ਦੇ ਵਿੱਚ ਵੀ ਦਰਸ਼ਕਾਂ ਦੇ ਰੂਬਰੂ ਹੋਏ ਨੇ। ਉਹ ਹੈ ਸਾਬਕਾ IAS ਗੁਰਤੇਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਵਿਸ਼ਾ ਇਸ ਵਾਰ ਅਸੀਂ ਰੱਖਿਆ ਹੈ ਸ਼ਹੀਦ ਭਗਤ ਸਿੰਘ, ਜਿਹਨੂੰ ਸ਼ਹੀਦ ਆਜ਼ਮ ਦਾ ਖਿਤਾਬ ਵੀ ਦਿੱਤਾ ਜਾਂਦਾ ਹੈ। ਉਹਨਾਂ ਬਾਰੇ ਇਹਨਾਂ ਦੀ ਆਪਣੀ ਸਟੱਡੀ ਕੀ ਕਹਿੰਦੀ ਹੈ, ਕਿਉਂ ਵਿਵਾਦ ਖੜੇ ਹੁੰਦੇ ਨੇ, ਉਹਨਾਂ ਬਾਰੇ ਅਸਲ ਜਾਣਕਾਰੀ ਜਿਹੜੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਸਿੱਧੇ ਸਵਾਲ ਇੱਕ ਜਾਂ ਦੋ ਹੋਣਗੇ, ਬਾਕੀ ਇਹਨਾਂ ਦੀ ਜਾਣਕਾਰੀ ਇਹਨਾਂ ਦੇ ਗਿਆਨ ਮੁਤਾਬਕ ਆਪਾਂ ਸਾਰੇ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਤੇਜ ਸਿੰਘ ਜੀ। ਸਵਾਗਤ ਹੈ ਸਾਡਾ ਲੋਕਰਨ ਚੈਨਲ ਤੇ। ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਵਾਲ ਜਿਹੜਾ ਹੈਗਾ ਸਿੱਧਾ ਹੀ ਆ ਕਿ ਤੁਹਾਡਾ ਬੜਾ ਲੰਮਾ ਅਰਸਾ ਰਿਹਾ ਇਤਿਹਾਸ ਨਾਲ ਜੁੜੇ ਹੋਏ ਹੋ, ਆਜ਼ਾਦੀ ਬਾਰੇ ਵੀ ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਲੇਖਕ ਵੀ ਤੁਸੀਂ ਪੜ੍ਹੇ ਹੈ, ਆਪ ਵੀ ਲਿਖਿਆ ਹੈ, ਬਹੁਤ ਸਾਰਾ ਕੁਝ ਲਿਖਿਆ ਤੁਸੀਂ। ਤੇ ਤੁਹਾਡੇ ਸੰਦਰਭ ਦੇ ਵਿੱਚ ਸ਼ਹੀਦ ਭਗਤ ਸਿੰਘ, ਜਿਹਨੂੰ ਆਪਾਂ ਸ਼ਹੀਦ ਆਜ਼ਮ ਵੀ ਕਹਿ ਦਿੰਦੇ ਆ, ਉਹਨਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਕੀ ਹੈ, ਲੋਕਾਂ ਤੱਕ ਕੀ ਪਹੁੰਚਾਇਆ ਜਾ ਰਿਹਾ ਅੱਜ ਦੇ ਸਮੇਂ ਵਿੱਚ? ਗੱਲ ਇਹ ਹੈ ਜੀ ਕਿ ਜਿਹੜਾ ਇਹ ਲੜਾਈ ਲੜੀ ਗਈ ਸੀ, ਜਿਸ ਨੂੰ ਇਹ ਆਜ਼ਾਦੀ ਦੀ ਲੜਾਈ ਕਹਿੰਦੇ ਨੇ, ਉਹ ਤਾਂ ਚੰਦ ਉਹਨਾਂ ਲੋਕਾਂ ਨੇ ਲੜੀ ਸੀ ਜਿਹੜੇ ਕਿ ਸਰਕਾਰ ਦੇ ਬਰਖਲਾਫ ਵਾਕਿਆ ਹੀ ਉਸ ਵੇਲੇ ਸਨ। ਦੂਸਰੇ ਲੋਕਾਂ ਨੇ ਤਾਂ ਲੜ ਕੇ, ਜਿਵੇਂ ਆਪਣੇ ਉਹਨਾਂ ਦੇ ਨਾਲ ਰਲ ਕੇ ਤੇ ਇੱਕ ਨੂਰਾ ਕੁਸ਼ਤੀ ਖੇਡੀ ਸੀ। ਉਹ ਜਿਵੇਂ WWE ਵਾਲਿਆਂ ਦੀ ਕੁਸ਼ਤੀਆਂ ਹੁੰਦੀਆਂ ਨੇ, ਉਸ ਕਿਸਮ ਦੀਆਂ ਕੁਸ਼ਤੀਆਂ ਸੀ ਇਹਨਾਂ ਦੀਆਂ। ਗਾਂਧੀ, ਨਹਿਰੂ ਵਗੈਰਾ ਤਾਂ ਇਹ ਮਿਲੇ ਹੋਏ ਸੀ ਸਾਰੇ, ਔਰ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਤੁਸੀਂ ਸਨਮਾਨ ਨਾਲ ਇੱਥੋਂ ਕੱਢ ਦਿਓ। ਤੇ ਉਸ ਦੇ ਉੱਤੇ ਇਹ ਪੱਕੇ ਸੀਗੇ ਕਿ ਹੌਲੀ ਹੌਲੀ ਆਪੇ ਨਿਕਲ ਜਾਣਗੇ ਤੇ ਸਾਨੂੰ ਕੋਈ ਲੜਨ ਦੀ ਲੋੜ ਨਹੀਂ। ਚੌਰਾ ਚੌਰੀ ਦੇ ਵਿੱਚ ਜੇ ਉੱਥੇ ਵਾਇਲੈਂਸ ਹੋ ਗਈ ਤੇ ਉਹਨਾਂ ਨੇ ਕੁਛ ਸਿਪਾਹੀ ਵਗੈਰਾ ਮਾਰਤੇ, ਠਾਣਾ ਸਾੜਤਾ, ਤਾਂ ਗਾਂਧੀ ਨੇ ਮੂਵਮੈਂਟ ਖਤਮ ਕਰਤੀ। ਇਸ ਤਰ੍ਹਾਂ ਹੀ ਕੁਇਟ ਇੰਡੀਆ ਮੂਵਮੈਂਟ ਵੀ ਖਤਮ ਹੋਈ। ਤੇ ਹੁਣ ਉੱਥੇ ਤਾਂ ਜਿਹੜਾ ਅੰਗਰੇਜ਼ਾਂ ਦਾ ਲਿਖਿਆ ਹੋਇਆ ਇਤਿਹਾਸ ਆ, ਉਹਦੇ ਵਿੱਚ ਤਾਂ ਸਾਫ਼ ਹੀ ਉਹਨਾਂ ਨੇ ਲਿਖਿਆ ਹੋਇਆ ਕਿ ਗਾਂਧੀ ਸਾਡੇ ਨਾਲ ਮਿਲਿਆ ਹੋਇਆ ਸੀਗਾ ਤੇ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਸ ਸਾਰੇ ਅੰਗਰੇਜ਼ ਸਨਮਾਨਜਨਕ ਤਰੀਕੇ ਦੇ ਨਾਲ ਇੱਥੋਂ ਨਿਕਲ ਜਾਣ। ਸੋ ਇਹ ਉਹਨਾਂ ਦਾ ਇਹ ਸੀ। ਦੂਸਰੇ ਲੋਕ ਉਹ ਸਨ ਜਿਵੇਂ ਗਦਰੀ ਬਾਬੇ, ਜਿਨ੍ਹਾਂ ਦੇ ਵਿੱਚੋਂ ਆਪਣੇ ਭਾਈ ਰਣਧੀਰ ਸਿੰਘ ਵੀ ਸਨਗੇ। ਇਹਨਾਂ ਲੋਕਾਂ ਦਾ ਇਹਨਾਂ ਨੇ ਤਹਈਆ ਕੀਤਾ ਹੋਇਆ ਸੀਗਾ ਕਿ ਜਿਸ ਤਰ੍ਹਾਂ ਇਹ ਕੈਨੇਡਾ ਦੇ ਵਿੱਚ ਗਏ ਨੇ ਤੇ ਉੱਥੇ ਇਹਨਾਂ ਨੇ ਦੇਖਿਆ ਵੀ ਆਜ਼ਾਦ ਲੋਕ ਰਹਿ ਰਹੇ ਨੇ, ਔਰ ਕੋਈ ਉਹਨਾਂ ਨੂੰ ਉਹਨਾਂ ਦੇ ਦੌਰ ਭੌਰ, ਉਹਨਾਂ ਦੀਆਂ ਚਾਲ, ਉਹਨਾਂ ਦੇ ਸਾਰਾ ਜਿਹੜਾ ਤਰਜ਼ੇ ਜ਼ਿੰਦਗੀ ਬਿਲਕੁਲ ਫਰਕ ਹੈ ਗੁਲਾਮਾਂ ਨਾਲੋਂ। ਤਾਂ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਜ਼ਾਦ ਹੋ ਕੇ ਦੇਖਣਾ ਚਾਹੁੰਦੇ ਹਾਂ। ਤੇ ਵੈਸੇ ਵੀ ਪੰਜਾਬ ਨੂੰ ਗੁਲਾਮ ਹੋਇਆ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ। ਕਈ ਬਜ਼ੁਰਗਾਂ ਦੀ ਯਾਦਗਾਰ ਦੇ ਵਿੱਚ ਵੀ ਉਹ ਸਮਾਂ ਸੀ ਜਿਸ ਵੇਲੇ ਕਿ ਇਹਨਾਂ ਦੇ ਬਜ਼ੁਰਗ ਸਾਰੇ ਇੱਕ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੇ ਅੰਪਾਇਰ ਦੇ ਉੱਤੇ ਰਾਜ ਕਰਦੇ ਸਨ। ਸੋ ਇਹਨਾਂ ਲੋਕਾਂ ਨੇ ਲੜਾਈ ਲੜੀ ਆ ਅਸਲ ਦੇ ਵਿੱਚ ਆਜ਼ਾਦੀ ਦੀ, ਔਰ ਉਹਨਾਂ ਦੇ ਵਿੱਚ ਇਹ ਗਦਰੀ ਬਾਬੇ ਸਨ। ਗਦਰੀ ਬਾਬਿਆਂ ਤੋਂ ਇਲਾਵਾ ਹੁਣ ਇਹ ਭਗਤ ਸਿੰਘ ਦੀ ਗੱਲ ਆ ਜਾਂਦੀ ਹੈ ਜੀ। ਇੱਕ ਪ੍ਰਜੁਡਿਸ ਬਣ ਗਈ ਆਪਣੇ ਮੁਲਕ ਦੇ ਵਿੱਚ ਕਿ ਗਦਰੀ ਬਾਬਿਆਂ ਨੂੰ ਸ਼ਹੀਦ ਨਹੀਂ ਮੰਨਿਆ ਜਾਂਦਾ, ਉਹਨਾਂ ਨੂੰ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਾਮਲ ਨਹੀਂ ਮੰਨਿਆ ਜਾਂਦਾ ਜੀ। ਇਸ ਪਟਾਭੀ ਸੀਤਾਰਮਈਆ ਨੇ ਪਹਿਲੀ ਵਾਰੀ ਇਹ ਸਾਰਾ ਕੁਝ ਇਕੱਠੇ ਕੀਤੇ ਸੀ ਫਿਗਰਸ, ਵੀ ਕਿੰਨੇ ਕਿੰਨੇ ਲੋਕ ਫਾਂਸੀ ਤੇ ਚੜੇ ਆਜ਼ਾਦੀ ਵਾਸਤੇ। ਤਾਂ ਉਸਨੇ ਦੇਖਿਆ ਕਿ ਸਭ ਤੋਂ ਵੱਧ ਤਾਂ ਸਿੱਖਾਂ ਦਾ ਕੰਟਰੀਬਿਊਸ਼ਨ ਹੈ, ਔਰ ਇਸ ਕੰਟਰੀਬਿਊਸ਼ਨ ਨੂੰ ਦਬਾਇਆ ਜਾਂਦਾ ਹੈ। ਫਿਰ ਹੁਣ ਇੱਕ ਐਗਜ਼ਾਮਪਲ ਦੇਖ ਲਓ ਕਿ ਢੁੱਡੀਕੇ ਪਿੰਡ ਹੈ ਜੀ। ਢੁੱਡੀਕੇ ਦੇ ਵਿੱਚ ਲਾਲਾ ਜੀ ਦਾ ਵੀ ਸੀਗੇ, ਆਪਣੇ ਉੱਥੇ ਹੀ ਰਹਿੰਦੇ ਸੀਗੇ। ਤੇ ਉੱਥੇ ਕੋਈ 20, 25, 28 ਗਦਰੀ ਸੀਗੇ, ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 20 ਆਦਮੀ ਫਾਂਸੀ ਤੇ ਚੜੇ। ਉਹਨਾਂ ਦਾ ਕੋਈ ਨਾਂ ਨਹੀਂ। ਤੇ ਇਹ ਲਾਲਾ ਲਾਜਪਤ ਰਾਏ ਨੂੰ ਵੱਡਾ
ਪੰਜਾਬ ਕੇਸਰੀ ਬਣਾ ਕੇ ਤੇ ਇਸ ਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਵੀ ਇਸੇ ਨੇ ਆਜ਼ਾਦੀ ਦੀ ਲੜਾਈ ਲੜੀ ਹੈ। ਔਰ ਇਸੇ ਦੇ ਨਾਂ ਦੇ ਉੱਤੇ ਉੱਥੇ ਕਾਲਜ ਚੱਲ ਰਿਹਾ ਹੈ ਢੁੱਡੀਕੇ ਦੇ ਵਿੱਚ। ਤਾਂ ਇਹਦੇ ਵਿੱਚ ਜਿਹੜੀ ਪ੍ਰਜੁਡਿਸ ਹੈ ਨਾ, ਉਹ ਜਿਹੜੀ ਇੱਕ ਇਹਨਾਂ ਦੀ ਕਾਣ ਹੈ, ਉਹ ਇਹ ਹੈ ਕਿ ਜਿਹੜੇ ਤਾਂ ਅਸਲੀ ਆਜ਼ਾਦੀ ਦੇ ਲੜਾਈ ਲੜਨ ਵਾਲੇ ਸੀ ਉਹਨਾਂ ਦਾ ਤਾਂ ਨਾਂ ਨਾ ਲਓ ਤੇ ਉਹਨਾਂ ਨੂੰ ਪ੍ਰੋਜੈਕਟ ਕਰਦੇ ਰਹੋ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਤੇ ਆਪਣਾ ਸਮਾਂ ਟਪਾਇਆ ਤੇ ਲੈਕਚਰ ਦਿੱਤੇ ਤੇ ਸੱਤਾ ਸੰਭਾਲੀ, ਉਹਨਾਂ ਲੋਕਾਂ ਦੇ ਨਾਂ ਲੈਂਦੇ ਰਹੋ। ਸੋ ਇਸ ਕੌਨਫਲਿਕਟ ਦੇ ਵਿੱਚ ਭਗਤ ਸਿੰਘ ਆ ਜਾਂਦਾ ਹੈ। ਹੁਣ ਲਾਜਪਤ ਰਾਏ ਨੂੰ ਇਹਨਾਂ ਸਾਈਮਨ ਕਮਿਸ਼ਨ ਆਇਆ ਸੀ, ਉਹਨਾਂ ਦੇ ਕਮਿਸ਼ਨ 10 ਸਾਲਾਂ ਬਾਅਦ ਅੰਗਰੇਜ਼ ਕੁਛ ਨਾ ਕੁਛ ਪਾਵਰਸ ਹੌਲੀ ਹੌਲੀ ਆਪਣੇ ਲੋਕਾਂ ਨੂੰ ਦੇ ਰਹੇ ਸਨ, ਔਰ ਉਸ ਨੂੰ ਦੇਣ ਵਾਸਤੇ ਕਿਹਨੂੰ ਦੇਣੀ ਚਾਹੀਦੀ ਹੈ, ਕਿੰਨੀ ਕੁ ਪਾਵਰ ਮਿਲਣੀ ਚਾਹੀਦੀ ਹੈ, ਇਹੋ ਜਿਹੇ ਮਸਲੇ ਤੈਅ ਕਰਨ ਵਾਸਤੇ ਇੱਕ ਕਮਿਸ਼ਨ ਵਗੈਰਾ ਭੇਜਦੇ ਸਨ ਵੀ ਪਤਾ ਲਾ ਕੇ ਆਓ ਵੀ ਕਿੰਨੀ ਕੁ ਪਾਵਰ ਦਈਏ, ਕਿਸ ਤਰੀਕੇ ਨਾਲ ਦਈਏ। ਹੁਣ ਉਸ ਦਾ ਵਿਰੋਧ ਕਰਨਾ ਕਿ ਸਾਈਮਨ ਕਮਿਸ਼ਨ ਗੋ ਬੈਕ, ਕੋਈ ਸੈਂਸ ਨਹੀਂ ਬਣਦਾ ਸੀਗਾ। ਉਦੋਂ ਸਾਡਾ ਕੁਝ ਸਵਾਰਨ ਵਾਸਤੇ ਆਏ ਸੀ। ਅੱਛਾ, ਉਸ ਦੇ ਬਰਖਲਾਫ ਵਿਰੋਧ ਕੀਤਾ ਇਹਨਾਂ ਨੇ, ਡੈਮੋਨਸਟ੍ਰੇਸ਼ਨ ਵਗੈਰਾ ਕੀਤੇ। ਇੱਥੇ ਵੀ ਲਾਹੌਰ ਦੇ ਵਿੱਚ ਇੱਕ ਜਲਸਾ ਕੀਤਾ ਤੇ ਉਹਦੇ ਵਿੱਚ ਉੱਥੇ ਸਕਾਟ ਸੀ ਇੱਕ ਜਿਹੜਾ ਸੁਪਰਿੰਟੈਂਡੈਂਟ ਸੀਗਾ ਪੁਲਿਸ ਦਾ, ਉਸ ਨੂੰ ਉਹ ਕਹਿੰਦਾ ਹੈ, ਇਹਨਾਂ ਨੇ ਕਹਾਣੀ ਬਣਾ ਲਈ ਕਿ ਜੀ ਲਾਲਾ ਜੀ ਨੂੰ ਉਸਨੇ ਡਾਂਗਾਂ ਨਾਲ ਕੁੱਟਿਆ। ਹਾਲਾਂਕਿ ਇਹੋ ਜਿਹੀ ਕੋਈ ਲਾਠੀ ਚਾਰਜ ਨਹੀਂ ਹੋਇਆ ਉੱਥੇ, ਸਿਰਫ ਉਸ ਦੇ ਹੱਥ ਦੇ ਵਿੱਚ ਛੋਟੀ ਜਿਹੀ ਕੇਨ ਸੀਗੀ ਤੇ ਬਹੁਤ ਸਾਰੇ ਵਿਟਨੈਸਸ ਨੇ, ਜਿਹਦੇ ਵਿੱਚ ਸਾਧੂ ਸਿੰਘ ਹਮਦਰਦ ਵੀ ਹੈਗਾ, ਜਿਹਦੇ ਵਿੱਚ ਹੋਰ ਵੀ ਕਈ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਓਰਲ ਹਿਸਟਰੀ ਆਪਣੀ ਰਿਕਾਰਡ ਕਰਵਾਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਸਰਦਾਰ ਕਪੂਰ ਸਿੰਘ ਹੋਣਗੇ ਜਿਹੜੇ ਉਸ ਵੇਲੇ ਆਈ ਵਿਟਨੈਸ ਸੀ ਤੇ ਲਾਹੌਰ ਦੇ ਉਸ ਰੇਲਵੇ ਸਟੇਸ਼ਨ ਤੇ ਮੌਜੂਦ ਸੀ। ਉਹ ਸਾਰੇ ਦੇ ਸਾਰੇ ਕਹਿੰਦੇ ਆ ਕਿ ਲਾਲਾ ਜੀ ਦੇ ਕੋਈ ਲਾਠੀ ਨਹੀਂ ਵੱਜੀ, ਕੋਈ ਡਾਂਗ ਨਹੀਂ ਵੱਜੀ, ਕੋਈ ਕੇਨ ਨਹੀਂ ਵੱਜੀ, ਸਿਰਫ ਇੱਕ ਉਹਨਾਂ ਦੀ ਛਤਰੀ ਦੇ ਨੇੜੇ ਤੇੜੇ ਕੋਈ ਇੱਕ ਕੇਨ ਆਈ ਹੈ ਤੇ ਉਸ ਤੋਂ ਬਾਅਦ ਕੋਈ ਉਹ ਡਿਸਪਰਸ ਹੋ ਗਏ ਲੋਕ, ਉਹ ਜਿਹੜੇ ਮੋਟਰ ਦੇ ਵਿੱਚ ਬੈਠ ਕੇ ਤੇ ਚਲੇ ਗਏ ਸਾਈਮਨ ਕਮਿਸ਼ਨ ਵਾਲੇ। ਤੇ ਲੋਕਾਂ ਨੇ ਫਿਰ ਉੱਥੇ ਕੀ ਕਰਨਾ ਸੀਗਾ, ਨਾਅਰੇ ਲਾਉਣੇ ਸੀ, ਉਹ ਨਾਅਰੇ ਲਾ ਤੇ ਉਹਨਾਂ ਨੇ ਸੁਣ ਲਏ, ਅਗਾਂਹ ਚਲੇ ਗਏ। 1-2 ਮਿੰਟ ਦੀ ਗੱਲ ਸੀ ਸਾਰੀ ਜੀ। ਥੋੜੀ ਦੇਰ ਬਾਅਦ ਲਾਲਾ ਜੀ ਦੀ ਡੈਥ ਹੋ ਗਈ ਔਰ ਉਹ ਹੁਣ ਭਗਤ ਪੂਰਨ ਸਿੰਘ ਦਾ ਵੀ ਐਵੀਡੈਂਸ ਆਇਆ, ਆਪਾਂ ਦੇਖਿਆ ਪਿੱਛੇ ਕਿ ਉਹ ਕਿਡਨੀ ਫੇਲੀਅਰ ਦੇ ਕਾਰਨ ਉਹਨਾਂ ਦੀ ਡੈਥ ਹੋਈ ਸੀ। ਜਿਸ ਤਰ੍ਹਾਂ ਦਾ ਉਹਨਾਂ ਨੇ, ਉਹ ਭਗਤ ਜੀ ਉੱਥੇ ਸਾਰੀ ਰਾਤ ਉਸ ਦੀ ਜਿਹੜੀ ਸੀ ਜਗ੍ਹਾ ਜਿੱਥੇ ਸੰਸਕਾਰ ਹੋਇਆ ਸੀ ਉਸ ਨੂੰ ਗਾਰਡ ਕਰਦੇ ਰਹੇ ਸਨ, ਪਰ ਉਹਨਾਂ ਨੇ ਸੰਸਕਾਰ ਹੁੰਦਿਆਂ ਦੇਖਿਆ ਸੀ। ਜੋ ਚੀਜ਼ਾਂ ਉਹਨਾਂ ਨੇ ਲਿਖੀਆਂ ਉਹਨਾਂ ਤੋਂ ਸਾਫ਼ ਜ਼ਾਹਰ ਹੈ ਕਿ ਲਾਲਾ ਜੀ ਨੂੰ ਕਿਡਨੀ ਦੀ ਪ੍ਰੋਬਲਮ ਸੀ ਤੇ ਉਹ ਪਿਸ਼ਾਬ ਬੰਦ ਹੋ ਗਿਆ ਸੀ ਤੇ ਫਿਰ ਉਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੋਇਆ ਸਾਰਾ, ਤੇ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ ਤੇ ਉਸ ਨੂੰ ਇਹਨਾਂ ਨੇ ਸ਼ਹਾਦਤ ਬਣਾ ਲਿਆ। ਜਿਹੜੇ ਉਸੇ ਪਿੰਡ ਦੇ 20 ਹੋਰ ਸ਼ਹੀਦ ਹੋਏ ਉਹਨਾਂ ਦਾ ਨਾਂ ਨਹੀਂ ਕਿਧਰੇ। ਸੋ ਇਸ ਤਰ੍ਹਾਂ ਦੀ ਜਿਹੜੀ ਕਾਣ ਹੈ ਨਾ, ਇਹ ਲੋਕ ਰਿਜ਼ੈਂਟ ਕਰਦੇ ਆ। ਔਰ ਉਸ ਦੇ ਵਾਸਤੇ ਭਗਤ ਸਿੰਘ ਕਹਿੰਦਾ ਜੀ ਮੈਂ ਤਾਂ ਬਦਲਾ ਲੈਣਾ ਸੀ ਤੇ ਸਕਾਟ ਨੂੰ ਮਾਰਨਾ ਸੀ ਤੇ ਮਾਰਤਾ ਸੌਂਡਰਸ ਨੂੰ, ਜਿਹਦਾ ਕੋਈ ਕਸੂਰ ਹੀ ਨਹੀਂ ਸੀ। ਨਵਾਂ ASP ਆਇਆ ਸੀਗਾ ਮੁੰਡਾ, ਉਹ ਤੇ ਉਹਦੇ ਨਾਲ ਇੱਕ ਸਿਪਾਹੀ ਨੂੰ ਮਾਰਤਾ, ਜਿਹੜਾ ਵਿਚਾਰਾ ਅੰਮ੍ਰਿਤਧਾਰੀ ਸਿੰਘ ਸੀਗਾ ਤੇ ਉਹ ਗਾਰਡ ਕਰ ਰਿਹਾ ਸੀ ਉਸ ਨੂੰ, ਜਾਂ ਉਹਦੇ ਨਾਲ ਮੋਟਰਸਾਈਕਲ ਤੇ ਬੈਠਣ ਲੱਗਾ ਸੀ। ਭਗਤ ਸਿੰਘ ਨੇ ਉਸ ਦੇ ਗੋਲੀ ਮਾਰੀ ਹੈ ਐਕਚੁਅਲੀ, ਔਰ ਜਿਹੜਾ ਇਹਦੇ ਨਾਲ ਦਾ ਬੰਦਾ ਸੀਗਾ ਉਸਨੇ ਇਸ ਨੂੰ ਮਾਰੀ ਹੈ ਸੌਂਡਰਸ ਨੂੰ ਗੋਲੀ। ਤੇ ਉਹ ਗੱਲ ਬਣਾ ਕੇ ਤੇ ਵੱਡਾ ਬਤੰਗੜ ਬਣਾ ਕੇ ਤੇ ਜੀ ਇਹ, ਸੋ ਇਸ ਪੱਖੋਂ ਜੇ ਦੇਖਿਆ ਜਾਵੇ ਤਾਂ ਇਹ ਕੋਈ ਸ਼ਹਾਦਤ ਵਾਲੀ ਗੱਲ ਨਹੀਂ ਹੈ। ਤੇ ਜਿਹੜਾ ਸ਼ਹੀਦੀ ਰੁਤਬਾ ਹੁੰਦਾ ਹੈ ਉਸ ਦੀਆਂ ਬੜੀਆਂ ਸਟ੍ਰਿਕਟ ਕਿਸਮ ਦੀਆਂ ਰਿਕੁਆਇਰਮੈਂਟਸ ਹੋਣਗੀਆਂ। ਜਿਸ ਤਰ੍ਹਾਂ ਕਿ ਤੁਸੀਂ ਦੇਖੋ 4 ਸਾਹਿਬਜ਼ਾਦੇ ਹੋਣਗੇ, ਆਪਾਂ ਸਾਰਿਆਂ ਨੂੰ ਸ਼ਹੀਦ ਕਹਿੰਦੇ ਆ, ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਤਾਂ ਕਤਲ ਕੀਤਾ ਗਿਆ ਸੀ ਨਾ, ਲੇਕਿਨ ਅਸੀਂ ਕੋਈ ਉਹਨਾਂ ਨੂੰ ਸ਼ਹੀਦ ਨਹੀਂ ਕਹਿੰਦੇ ਜੀ। ਇੰਨੀ ਸਟ੍ਰਿਕਟ ਹੈ ਇਹ ਜਿਹੜੀ ਸਿੱਖੀ ਦੀ ਸ਼ਹੀਦੀ ਪਰੰਪਰਾ ਹੈ, ਉਹ ਇੰਨੀ ਪੁਖਤਾ ਤੇ ਨਿੱਘਰ ਹੈ ਕਿ ਉਸ ਦੇ ਵਿੱਚ ਇਸ ਤਰ੍ਹਾਂ ਨਾਲ ਕੋਈ ਇਨਫਿਲਟਰੇਟ ਨਹੀਂ ਕਰ ਸਕਦਾ। ਹੁਣ ਜਿਹੜੇ ਸਿੱਖੀ ਦੇ ਹਾਮੀ ਹੋਣਗੇ ਤੇ ਜਿਹੜੇ ਸ਼ਹੀਦਾਂ ਦੇ ਹਾਮੀ ਹੋਣਗੇ, ਉਹਨਾਂ ਨੂੰ ਇਹ ਲੱਗਦਾ ਹੈ
ਕਿ ਭਗਤ ਸਿੰਘ ਨੂੰ ਇਹਦੇ ਵਿੱਚ ਘਸੋੜ ਕੇ ਤੇ ਸਿੱਖਾਂ ਨੂੰ ਟੋਪੀਆਂ ਪਾ ਕੇ ਕੇਸ ਕਟਾ ਕੇ ਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਵਾਸਤੇ ਇਹ ਇਸ ਦੀ ਇਮੇਜ ਬਣਾਈ ਜਾ ਰਹੀ ਹੈ। ਸੋ ਆਹ ਮਸਲਾ ਹੈ ਅਸਲੀ ਦਰਅਸਲ ਸਾਰੇ ਕਾਸੇ ਦੇ ਵਿੱਚ। ਇਹ ਬਹਿਸ 2000 ਦੇ ਵਿੱਚ ਵੀ ਹੋਈ ਸੀ ਔਰ ਉਸ ਵੇਲੇ ਮੈਂ ਉਹ ਕਾਫੀ ਇਸ ਦੇ ਵਿੱਚ ਸਾਡਾ ਰੋਲ ਸੀਗਾ। ਇਹਨਾਂ ਨੇ ਪੁਤਲੇ ਬਦਲੇ ਸਾੜੇ, ਕਿਤਾਬਾਂ ਸਾੜੀਆਂ 100 ਕੀਤਾ। ਲੇਕਿਨ ਗੱਲ ਇਹ ਹੈਗੀ ਕਿ ਇਹਨਾਂ ਨੂੰ ਦੱਸਣਾ ਪਏਗਾ ਕਿ ਕਿਸ ਪਰੰਪਰਾ ਦਾ ਸ਼ਹੀਦ ਹੈ, ਕਿਉਂਕਿ ਸਿੱਖ ਤਾਂ ਉਹ ਆਪਣੇ ਆਪ ਨੂੰ ਕਹਿੰਦਾ ਨਹੀਂ ਸੀ। ਤਾਂ ਫਿਰ ਕਿਹੜੀ ਪਰੰਪਰਾ ਦਾ ਸ਼ਹੀਦ ਹੈ? ਇਸਲਾਮਿਕ ਪਰੰਪਰਾ ਦੇ ਵਿੱਚ ਵੀ ਨਹੀਂ ਆਉਂਦਾ ਕਿਉਂਕਿ ਉਹ ਮੁਸਲਮਾਨ ਨਹੀਂ ਸੀ। ਸਿੱਖ ਪਰੰਪਰਾ 'ਚ ਨਹੀਂ ਆਉਂਦਾ ਕਿਉਂਕਿ ਸਿੱਖ ਨਹੀਂ ਸੀ। ਉਹ ਕਹਿੰਦਾ ਸੀਗਾ ਕਿ ਮੈਂ ਤਾਂ ਆਰੀਆ ਸਮਾਜੀ ਹਾਂ, ਮੈਂ ਗਾਇਤਰੀ ਮੰਤਰ ਪਾਠ ਕਰਦਾ, 17 ਸਾਲ ਦੀ ਉਮਰ ਤੱਕ ਆਹ ਕਰਦਾ ਰਿਹਾ ਰਿਹਾ। ਤੇ ਜਿਹੜੀ ਜਿੱਥੋਂ ਤੱਕ ਉਹਦੀ ਕੁਰਬਾਨੀ ਦੀ ਗੱਲ ਹੈ ਉਸ ਦੀ ਸਾਰੇ ਆਪਾਂ ਕਦਰ ਕਰਦੇ ਹਾਂ। ਇੱਕ 24 ਸਾਲ ਦਾ ਬੱਚਾ ਹੀ ਕਵਾਂਗੇ ਅੱਜ ਦੇ ਉਸ ਜ਼ਮਾਨੇ ਦੇ ਹਿਸਾਬ ਨਾਲ, ਅੱਜ ਤਾਂ ਨੌਜਵਾਨ 20-21 ਸਾਲ ਦਾ ਆਪਾਂ ਸਮਝੇ ਬਾਲਗ ਹੋ ਗਿਆ। ਤਾਂ ਉਸਨੇ ਇੱਕ ਕਿਸੇ ਜਜ਼ਬੇ ਦੇ ਅਧੀਨ ਆਪਣਾ ਕੁਰਬਾਨੀ ਦਿੱਤੀ, ਫਾਂਸੀ ਚੜ ਗਿਆ। ਇਹ ਸਾਰਿਆਂ ਵਾਸਤੇ ਦਰਦਨਾਕ ਹੈ, ਹਮਦਰਦੀ ਸਭ ਦੀ ਉਹਦੇ ਨਾਲ ਹੈ, ਲੇਕਿਨ ਉਸ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। ਜੀ, ਜੇ ਆਪਾਂ ਇੱਕ ਗੱਲ ਕਰੀਏ ਕਿ ਜਿਹੜੀ ਫਾਂਸੀ ਦੀ ਸਜ਼ਾ ਹੋਈ ਸੀਗੀ ਜੀ, ਉਹ ਫਾਂਸੀ ਦੀ ਸਜ਼ਾ ਆਜ਼ਾਦੀ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਗਿਆ ਜਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਇਆ ਉਹਦੇ ਕਰਕੇ ਸੀ, ਜਾਂ ਕੇਵਲ ਤੇ ਕੇਵਲ ਇਹ ਕਤਲ ਦਾ ਕੇਸ ਚੱਲਿਆ ਉਹਦੇ ਕਰਕੇ ਸੀ? ਦੇਖੋ ਗੱਲ ਤਾਂ ਇਹ ਹੈ ਜੀ ਕਿ ਜਿਸ ਵੇਲੇ ਉਹ ਜਿਹੜਾ ਜ਼ਮਾਨਾ ਸੀ ਨਾ, ਜਿਵੇਂ ਹੁਣ ਆਪਣੇ ਕਿਸਾਨ ਦਾ ਅੰਦੋਲਨ ਹੋਇਆ ਔਰ ਕਿਸਾਨ ਅੰਦੋਲਨ ਦੇ ਵਿੱਚ ਕਈ ਸਾਰੇ ਲੋਕ ਤਾਂ ਉੱਥੇ ਵਿਚਾਰੇ ਦੁੱਖਾਂ ਮੁਸੀਬਤਾਂ ਸਹਿੰਦੇ ਮਰ ਗਏ। ਉਹਨਾਂ ਨੂੰ ਕਿਸਾਨ ਕਹਿੰਦੇ ਆ ਵੀ ਸਾਡੇ ਸ਼ਹੀਦ ਆਣਗੇ। ਔਰ ਇਸ ਨੂੰ ਕਿਸੇ ਹੱਦ ਤੱਕ ਉਹ ਮਤਲਬ ਉਸ ਮੂਵਮੈਂਟ ਦੇ ਵਿੱਚ ਸੀ, ਉਹ ਮੂਵਮੈਂਟ ਦੇ ਹਿਸਾਬ ਨਾਲ ਉਹਨਾਂ ਦਾ ਨੁਕਸਾਨ ਹੋਇਆ, ਜ਼ਿੰਦਗੀ ਗਈ। ਤਾਂ ਆਪਾਂ ਕਹਾਂਗੇ ਕਿ ਵੀ ਉਹ ਮੂਵਮੈਂਟ ਦੇ ਵਿੱਚ ਸਨਗੇ। ਹੁਣ ਇਹ ਭਗਤ ਸਿੰਘ ਜਿਹੜਾ ਸੀਗਾ ਇਹ ਜਜ਼ਬਾਤੀ ਨੌਜਵਾਨ ਸੀ। ਇਸ ਨੇ ਇੱਕ ਨੌਜਵਾਨ ਸਭਾ ਬਣਾਈ ਹੋਈ ਸੀਗੀ ਔਰ ਇਸ ਦੇ ਵਿੱਚ ਕੁਝ ਇਹਨਾਂ ਨੇ ਲੋਕ ਇਕੱਠੇ ਹੋਏ ਸਨ, ਕਹਿੰਦੇ ਸਨ ਕਿ ਅਸੀਂ ਆਜ਼ਾਦੀ ਲੈਣੀ ਹੈ ਤੇ ਅਸੀਂ ਇਹਨਾਂ ਨੂੰ ਅੰਗਰੇਜ਼ਾਂ ਨੂੰ ਮਾਰ ਕੇ ਕੱਢਣਾ ਇੱਥੋਂ ਤੱਕ ਤਾਂ ਇਹ ਜਾਇਜ਼ ਹੈ ਕਿ ਜੀ ਇਸ ਨੂੰ ਤੁਸੀਂ ਕਹੋ ਵੀ ਇਹ ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਹਿੱਸਾ ਲੈ ਰਿਹਾ ਸੀ। ਲੇਕਿਨ ਜਿਹੜੇ ਆਜ਼ਾਦੀ ਦੀ ਲੜਾਈ ਦੇ ਠੇਕੇਦਾਰ ਹੋਣਗੇ, ਕਾਂਗਰਸ ਵਾਲੇ, ਗਾਂਧੀ, ਨਹਿਰੂ, ਉਹ ਕੋਈ ਤਸਲੀਮ ਨਹੀਂ ਕਰਦਾ ਕਿ ਇਹਨਾਂ ਲੋਕਾਂ ਨੇ ਆਜ਼ਾਦੀ ਦੀ ਲੜਾਈ ਲੜੀ। ਅੱਛਾ, ਫਿਰ ਜਿਹੜੇ ਕਾਰਨਾਮੇ ਹੋਣਗੇ ਇਹਨਾਂ ਦੇ, ਹੁਣ ਇੱਕ ਕਾਰਨਾਮਾ ਤਾਂ ਇਹ ਹੈ ਕਿ ਕਿਸੇ ਨੇ ਲਾਲਾ ਜੀ ਦੀ ਡੈਥ ਹੋ ਗਈ। ਕਿਸ ਤਰ੍ਹਾਂ ਹੋਈ ਆਪਾਂ ਜਾਣਦੇ ਹਾਂ, ਬਿਮਾਰੀ ਦੇ ਕਾਰਨ ਹੋਈ। ਤੇ ਉਸ ਨੂੰ ਇਹ ਕਹਿ ਕੇ ਜੀ ਇਹਨਾਂ ਨੇ ਜ਼ੁਲਮ ਕੀਤਾ ਅੰਗਰੇਜ਼ਾਂ ਨੇ, ਫਿਰ ਅੰਗਰੇਜ਼ ਨੂੰ ਮਾਰਨਾ। ਫਿਰ ਉਸ ਅੰਗਰੇਜ਼ ਨੂੰ ਨਹੀਂ ਮਾਰਿਆ ਜਿਸ ਨੂੰ ਇਹ ਕਹਿੰਦੇ ਨੇ ਵੀ ਲਾਠੀਚਾਰਜ ਕੀਤਾ ਸੀਗਾ, ਤੇ ਮਾਰਿਆ ਇੱਕ ਇਨੋਸੈਂਟ ਬੰਦੇ ਨੂੰ, ਫਿਰ ਉਹਦੇ ਨਾਲ ਇੱਕ ਹੋਰ ਇਨੋਸੈਂਟ ਬੰਦੇ ਨੂੰ ਮਾਰਿਆ। ਤਾਂ ਇਹ ਤਾਂ ਕੋਈ ਬਹੁਤੀ ਬਹਾਦਰੀ ਵਾਲੀ ਤੇ ਆਜ਼ਾਦੀ ਲੈਣ ਵਾਲੀ ਗੱਲ ਨਹੀਂ ਸੀ। ਦੂਸਰਾ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਉਸਨੇ, ਵੱਡਾ ਕਾਰਨਾਮਾ ਉਹ ਗਿਣ ਲੈਂਦੇ ਆਪਾਂ। ਲੇਕਿਨ ਉਹਦੇ ਵਿੱਚ ਇੱਕ ਵੱਡੀ ਬੇਵਕੂਫੀ ਸੀ ਕਿ ਇਹ ਬੰਬ ਸੁੱਟਣ ਵਾਸਤੇ ਉਹਨਾਂ ਨੇ ਤਿਆਰ ਕੀਤਾ ਸੀ ਕਿਸੇ ਹੋਰ ਨੂੰ। ਤੇ ਲੇਕਿਨ ਇਹਨਾਂ ਦੇ ਜਿਹੜੇ ਇੱਕ ਸੀਗਾ ਸੁਖਦੇਵ, ਉਸਨੇ ਮਿਹਣਾ ਮਾਰਿਆ ਕਿ ਭਗਤ ਸਿੰਘ ਤਾਂ ਜੀ ਦੇਖੋ ਜਿਹੜਾ ਇਹ ਬੱਚਾ ਜਿਹੜਾ ਹੈਗਾ ਉਹਦੇ ਨਾਲ ਛੋਟਾ ਸੀ ਉਹ ਮੁੰਡਾ ਜਿਹਨੇ ਬੰਬ ਸੁੱਟਣਾ ਸੀਗਾ, ਇਹ ਭਗਤ ਸਿੰਘ ਤਾਂ ਜੀ ਦੁਰਗਾ ਭਾਬੀ ਦੀ ਗੋਦੀ 'ਚ ਬੈਠੂਗਾ ਤੇ ਇਹ ਜਾ ਕੇ ਬੰਬ ਸੁੱਟ ਕੇ ਆਊਗਾ ਫਲਾਨਾ ਆਦਮੀ। ਇਹ ਭਗਤ ਸਿੰਘ ਨੇ ਇਹ ਮਿਹਣਾ ਸੁਣ ਕੇ ਇਹਨੇ ਕਿਹਾ ਮੈਂ ਸੁੱਟ ਕੇ ਆਊਂਗਾ। ਔਰ ਫਿਰ ਉੱਥੇ ਇਸਨੇ ਆਪਣੇ ਹੱਥ ਨਾਲ ਲਿਖ ਕੇ ਉਹ ਪਾ ਦਿੱਤੇ, ਇਸ਼ਤਿਹਾਰ ਲਿਖਤਾ ਵੀ ਇਹ ਜੀ ਅਸੀਂ ਇਸ ਕਰਕੇ ਸੁੱਟ ਰਹੇ ਹਾਂ, ਜਿਹੜੇ ਅਸੈਂਬਲੀ 'ਚ ਇਸ਼ਤਿਹਾਰ ਸੁੱਟੇ। ਹੁਣ ਇਹਨਾਂ ਇਸ਼ਤਿਹਾਰਾਂ ਦੇ ਉੱਤੇ ਇਹਦੀ ਹੈਂਡ ਰਾਈਟਿੰਗ ਸੀ। ਔਰ ਹੁਣ ਤੱਕ ਜਿਨ੍ਹਾਂ ਨੇ ਸੌਂਡਰਸ ਨੂੰ ਮਾਰਿਆ ਸੀ ਉਹਨਾਂ ਦਾ ਪਤਾ ਨਹੀਂ ਸੀ ਲੱਗਿਆ। ਇਹਨਾਂ ਨੇ ਉਹ ਹੈਂਡ ਰਾਈਟਿੰਗ ਪੁਲਿਸ ਵਾਲਿਆਂ ਨੇ ਉਹਨਾਂ ਇਸ਼ਤਿਹਾਰਾਂ ਦੇ ਨਾਲ ਕੰਪੇਅਰ ਕੀਤੀ ਜਿਹੜੇ ਸੌਂਡਰਸ ਦੀ ਡੈਥ ਤੋਂ ਬਾਅਦ ਇਸ਼ੂ ਹੋਏ ਸੀ, ਫਿਰ ਇਹਨਾਂ ਨੂੰ ਫੜਿਆ ਗਿਆ। ਸੋ ਇੰਨਾ ਇਹ ਫਰੈਜਾਈਲ ਜਿਹਾ ਕੰਮ ਹੈ। ਔਰ ਇਹਨਾਂ ਨੂੰ ਜਿਹੜਾ ਫਾਂਸੀ ਹੋਈ ਉਹ ਪੋਲੀਟੀਕਲ ਫਾਂਸੀ ਸੀ। ਅੰਗਰੇਜ਼ ਚਾਹੁੰਦੇ ਸੀ ਵੀ ਇਹੋ ਜਿਹਾ ਐਗਜ਼ਾਮਪਲ ਕੋਈ ਹੋਰ ਨਾ ਫੋਲੋ ਕਰੇ, ਕੋਈ ਇਹਨਾਂ ਦੇ ਮਗਰ ਨਾ ਤੁਰੇ,
ਤੇ ਸਾਡੇ ਬਰਖਲਾਫ ਬਗਾਵਤ ਨਾ ਹੋਵੇ। ਜਿਹੜੇ ਗਾਂਧੀ ਤੇ ਨਹਿਰੂ ਸਨ, ਇਹ ਚਾਹੁੰਦੇ ਸੀਗੇ ਕਿ ਲੋਕ ਸਾਡੇ ਨਾਲ ਲੱਗੇ ਰਹਿਣ, ਤੇ ਜਿਹੜੇ ਇਹ ਕੁਰਬਾਨੀਆਂ ਵਾਲੇ ਜਾਂ ਜਿਹੜੇ ਨੌਜਵਾਨ ਇਸ ਤਰ੍ਹਾਂ ਦੇ ਹਨਗੇ, ਇਹਨਾਂ ਨੂੰ ਕੋਈ ਨਾ ਪੁੱਛੇ, ਔਰ ਅੰਗਰੇਜ਼ ਇੱਥੇ ਸੁੱਖ ਚੈਨ ਨਾਲ ਰਹਿਣ ਜਿੰਨੀ ਦੇਰ ਇਹ ਰਹਿਣਾ ਚਾਹੁੰਦੇ ਨੇ, ਤੇ ਉਸ ਤੋਂ ਬਾਅਦ ਸਾਨੂੰ ਸੱਤਾ ਹੈਂਡਓਵਰ ਕਰਕੇ ਇਹ ਚਲੇ ਜਾਣ। ਇਹੋ ਜਿਹੀ ਇਹਨਾਂ ਦੀ ਅਰੇਂਜਮੈਂਟ ਸੀਗੀ। ਸੋ ਇਹ ਇੱਕ ਪੋਲੀਟੀਕਲ ਕਤਲ ਸੀ। ਇਸ ਦੇ ਵਿੱਚ ਉਹਨਾਂ ਨੇ ਦੇਖੋ ਬੰਦੇ ਤਾਂ ਮਾਰੇ ਸੀਗੇ, ਇਸ ਦਾ ਤਾਂ ਕੋਈ ਸ਼ੱਕ ਹੀ ਨਹੀਂ, ਲੇਕਿਨ ਇਹ ਬੰਦੇ ਵੀ ਪੋਲੀਟੀਕਲੀ ਉਹਨਾਂ ਨੇ ਕਤਲ ਕੀਤੇ ਸੀਗੇ। ਸੋ ਇਹ ਤੁਸੀਂ ਕਤਲ ਦੇ ਬਾਰੇ ਉਹਨਾਂ ਦੀ ਫਾਂਸੀ ਨੂੰ ਕਹਿ ਸਕਦੇ ਹੋ ਵੀ ਫਾਂਸੀ ਉਹਨਾਂ ਨੂੰ ਉਸ ਦੇ ਵਾਸਤੇ ਦਿੱਤੀ ਗਈ, ਲੇਕਿਨ ਉਹਨਾਂ ਨੂੰ ਕੋਈ ਬਚਾਉਣ ਨੂੰ ਤਿਆਰ ਨਹੀਂ ਸੀ। ਉਸ ਤੋਂ ਬਾਅਦ ਕਾਂਗਰਸ ਦਾ ਸੈਸ਼ਨ ਹੋਇਆ, ਉਸ ਦੇ ਵਿੱਚ ਐਗਰੀਮੈਂਟ ਹੋ ਗਈ ਸੀ ਅੰਗਰੇਜ਼ਾਂ ਦੇ ਨਾਲ ਗਾਂਧੀ ਦੀ ਕਿ ਜੀ ਤੁਸੀਂ ਸਾਨੂੰ ਇਹ ਕਹਿ ਦਿਓ ਵੀ ਇਹਨਾਂ ਨੇ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਅਸੀਂ ਉੱਥੇ ਕੋਈ ਮਤਾ ਨਹੀਂ ਕਰਦੇ, ਅਸੀਂ ਕੋਈ ਇਸ ਦੇ ਬਾਰੇ ਵਾਵੇਲਾ ਨਹੀਂ ਕਰਦੇ। ਸੋ ਇਸ ਤਰ੍ਹਾਂ ਦੀ ਅਰੇਂਜਮੈਂਟ ਜੀ ਕਰਕੇ ਇੱਕ ਬੜਾ ਹੀ ਇਹ ਨਾ ਸ਼ਰਮਨਾਕ ਚੈਪਟਰ ਹੈ ਸਾਡੇ ਇਤਿਹਾਸ ਦੇ ਵਿੱਚ, ਜਿਹਦੇ ਵਿੱਚ ਉਹ ਚਾਹੁੰਦੇ ਸੀ ਵੀ ਪੰਜਾਬੀ ਵੀ ਅੱਗੇ ਨਾ ਆਉਣ, ਇਹ ਖਾੜਕੂ ਲੋਕ ਜਿਹੜੇ ਵੀ ਕੋਈ ਕੁਰਬਾਨੀ ਕਰਨ ਵਾਲੇ ਇਹ ਵੀ ਅੱਗੇ ਨਾ ਆਉਣ, ਔਰ ਸਾਰੀ ਸੱਤਾ ਕਾਂਗਰਸ ਨੂੰ ਸੌਂਪੀ ਜਾਵੇ। ਸੋ ਇਸ ਦੀ ਇਹ ਇੱਕ ਕਵਾਇਦ ਸੀ। ਹੁਣ ਇਸ ਨੂੰ ਕਿਵੇਂ ਆਪਾਂ ਅਸੈਸਮੈਂਟ ਕਰਨਾ ਹੈ ਆਪਣੇ ਹਿਸਾਬ ਨਾਲ ਅੱਜ ਦੇ ਜ਼ਮਾਨੇ ਦੇ ਵਿੱਚ, ਇਸ ਦੇ ਵਿੱਚ ਤਾਂ ਸ਼ੱਕ ਨਹੀਂ ਕਿ ਭਗਤ ਸਿੰਘ ਨੇ ਕੁਰਬਾਨੀ ਕੀਤੀ, ਆਪਣੀ ਜ਼ਿੰਦਗੀ ਗਵਾਈ, ਲੇਕਿਨ ਕਾਫੀ ਸਾਰਾ ਜਿਹੜਾ ਐਵੀਡੈਂਸ ਹੈ ਉਸ ਤੋਂ ਇਹ ਨਹੀਂ ਜ਼ਾਹਰ ਹੁੰਦਾ ਕਿ ਉਹ ਬਹੁਤ ਵੱਡਾ ਕ੍ਰਾਂਤੀਕਾਰੀ ਜਾਂ ਕਿਸੇ ਕਿਸਮ ਦਾ ਲੋਕਾਂ ਨੂੰ ਚੰਗਾ ਲੱਗਿਆ। ਲੋਕਾਂ ਨੂੰ ਇਹੋ ਜਿਹੇ ਲੋਕ ਜਿਵੇਂ ਹੁਣ ਬਾਅਦ ਦੇ ਵਿੱਚ ਦੂਸਰੇ ਵੀ ਰਾਮ ਪ੍ਰਸਾਦ ਬਿਸਮਲ ਤੇ ਹੋਰ ਸਾਰੇ ਕਿੰਨੇ ਸਾਰੇ ਸੀਗੇ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਕੋਈ ਕਿਸੇ ਕੋਕੜੀ ਵਾਲੇ ਡਾਕੇ 'ਚ ਫੜੇ ਗਏ, ਕੋਈ ਕਿਸ ਤਰ੍ਹਾਂ। ਤਾਂ ਇਹੋ ਜਿਹੇ ਲੋਕ ਹੁੰਦੇ ਆ, ਔਰ ਆਪਣੇ ਜਦੋਂ ਕੋਈ ਹੋਰ ਚਾਰਾ ਨਹੀਂ ਚੱਲਦਾ ਤਾਂ ਉਹ ਬੰਦੂਕ ਦੇ ਨਾਲ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਆ। ਉਸ ਹੱਦ ਤੱਕ ਇਹ ਦੇਸ਼ ਭਗਤ ਵੀ ਸਨਗੇ। ਹੁਣ ਇਹ ਜੇ ਇਹਨਾਂ ਦੇ ਵਿਚਾਰਾਂ ਨੂੰ ਦੇਖਿਆ ਜਾਵੇ ਤਾਂ ਇਹਨਾਂ ਦੇ ਵਿਚਾਰ ਕੋਈ ਪੰਜਾਬ ਦੇ ਵਾਸਤੇ ਮੁਫੀਦ ਨਹੀਂ ਸਨ। ਜਿਵੇਂ ਕਿ ਹੁਣ ਭਗਤ ਸਿੰਘ ਕਹਿੰਦਾ ਸੀ ਵੀ ਪੰਜਾਬ ਨੇ ਸਾਰੇ ਹਿੰਦੁਸਤਾਨ ਇੱਕ ਹੋਣਾ ਚਾਹੀਦਾ ਹੈ, ਔਰ ਜਿਵੇਂ ਹੁਣ ਅੱਜ ਕੱਲ੍ਹ ਦਾ ਰੌਣ ਚੱਲ ਰਿਹਾ ਕਿ ਇੱਕ ਬੋਲੀ, ਇੱਕ ਹਿੰਦੁਸਤਾਨ, ਇੱਕ ਸਭਾ, ਇੱਕ ਫਲਾਨਾ, ਹਰ ਇੱਕ ਚੀਜ਼ ਇੱਕ ਹੋਣੀ ਚਾਹੀਦੀ ਹੈ। ਉਹ ਕਹਿੰਦਾ ਸੀ ਹਿੰਦੁਸਤਾਨ ਦੀ ਬੋਲੀ ਵੀ ਜਿਹੜੀ ਇੱਕ ਅਫੀਸ਼ੀਅਲ ਹੈਗੀ ਉਹ ਹਿੰਦੀ ਹੋਣੀ ਚਾਹੀਦੀ ਹੈ, ਸੰਸਕ੍ਰਿਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਉਹਦੇ ਵਿਚਾਰ ਸਨ, ਉਹ ਜਿਹੜੇ ਕਿ ਉਸ ਜ਼ਮਾਨੇ ਦੇ ਨਾਲ ਵੀ ਮੇਲ ਨਹੀਂ ਖਾਂਦੇ ਔਰ ਅੱਜ ਦੇ ਜ਼ਮਾਨੇ ਦੇ ਨਾਲ ਵੀ ਮੇਲ ਨਹੀਂ ਖਾਂਦੇ। ਇੱਕ ਹਿੰਦੁਸਤਾਨ ਦਾ ਮਤਲਬ ਇਹ ਹੈ ਕਿ ਜਿਹੜੇ ਸੂਬੇ ਹਨਗੇ ਇਹ ਆਪਣੀ ਹੋਂਦ ਗਵਾ ਦੇਣ, ਤੇ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ। ਇਹ ਕਨਸਟੀਟਿਊਸ਼ਨ ਦੇ ਵੀ ਵਿਰੁੱਧ ਹੈ। ਜਿਹੜਾ ਸਾਡਾ ਆਈਨ ਆ ਅੱਜ ਕੱਲ੍ਹ ਉਹ ਵੀ ਕਹਿੰਦਾ ਹੈ ਕਿ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ। ਪਹਿਲਾਂ ਸਟੇਟ ਬਣਦੇ ਆ, ਫਿਰ ਉਹਨਾਂ ਨੂੰ ਇਕੱਠੇ ਕਰਕੇ ਯੂਨੀਅਨ ਬਣਦਾ ਹੈ। ਤਾਂ ਇਹ ਤਾਂ ਕੋਈ ਉਹਨਾਂ ਦੀ ਕੋਈ ਪੋਲੀਟੀਕਲ ਥਾਟ ਵੀ ਬਹੁਤੀ ਮੈਚੁਰ ਨਹੀਂ ਸੀ। ਤਾਂ ਹੁਣ ਇਹਨੂੰ ਕਿਸ ਤਰ੍ਹਾਂ ਗਿਣਦੇ ਆ ਆਪਾਂ, ਇਹ ਤਾਂ ਆਪਣੇ ਉੱਤੇ ਹੈ, ਲੇਕਿਨ ਇਹ ਯਕੀਨਨ ਇਹ ਹੈ ਕਿ ਇਸ ਦਾ ਕੋਈ ਬਹੁਤਾ ਅਸਰ ਲੋਕਾਂ ਦੇ ਉੱਤੇ ਉਸ ਵੇਲੇ ਸਿਰਫ ਇਸ ਕਰਕੇ ਹੀ ਪਿਆ ਸੀ ਕਿ ਇੱਕ ਨੌਜਵਾਨ ਨੇ ਆਪਣੀ ਜਵਾਨੀ ਦੇ ਵਿੱਚ, ਜਿਸ ਵੇਲੇ ਉਸਦੇ ਹੱਸਣ ਖੇਡਣ ਦੇ ਦਿਨ ਸਨ, 22-24 ਸਾਲ ਦੀ ਉਮਰ ਦੇ ਵਿੱਚ, 24 ਸਾਲ ਦਾ ਸੀ ਜਿਸ ਵੇਲੇ ਇਸ ਨੂੰ ਫਾਂਸੀ ਹੋਈ ਹੈ। ਇਸ ਕਰਕੇ ਇਹ ਬਹੁਤ ਵੱਡੀ ਘਟਨਾ ਬਣ ਗਈ। ਹੁਣ ਮੈਂ ਇੱਕ ਮੇਨ ਪੁਆਇੰਟ ਜਿਹੜਾ ਜਿੱਥੋਂ ਵਿਵਾਦ ਸ਼ੁਰੂ ਹੋਇਆ ਉਸ ਗੱਲ ਤੇ ਆਉਣਾ ਜੀ। ਇਹ ਜਿਹੜਾ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਨਵਾਂ ਬਿਆਨ ਦਿੱਤਾ ਹੈ, ਬਾਰ-ਬਾਰ ਦਿੰਦੇ ਆਏ ਆ। ਹੁਣ ਲੋਕ ਸਭਾ ਮੈਂਬਰ ਤੋਂ ਬਾਅਦ ਬਣਨ ਤੋਂ ਬਾਅਦ ਉਹਨਾਂ ਦਾ ਜਿਹੜਾ ਬਿਆਨ ਹੈ ਵਿਵਾਦ ਦਾ ਕਾਰਨ ਬਣ ਗਿਆ। ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਤਾਂ ਚਲੋ ਜਿਹੜੀ ਗੱਲ ਤੁਸੀਂ ਦੱਸੀ ਹੈ ਕਿ ਸ਼ਹੀਦ ਮੰਨਣਾ ਜਾਂ ਨਾ ਮੰਨਣਾ ਹੋ ਸਕਦਾ ਹੈ, ਹਰ ਇੱਕ ਬੰਦੇ ਦੀ ਆਪਣਾ ਵਿਊ ਹੋ ਸਕਦਾ ਜੀ। ਕੋਈ ਕਿਸੇ ਤਰੀਕੇ ਨਾਲ ਦੇਖਦਾ, ਕੋਈ ਕਿਸੇ ਤਰੀਕੇ ਨਾਲ ਦੇਖਦਾ। ਕੁਰਬਾਨੀ ਵੀ ਦਿੱਤੀ ਹੈ, ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਚਲੋ ਕਿਤੇ ਨਾ ਕਿਤੇ ਜਾ ਕੇ ਕੁਰਬਾਨੀ ਤਾਂ ਆਪਣੀ ਦਿੱਤੀ ਹੈ ਨਾ, ਬਲੀਦਾਨ ਦਿੱਤਾ ਹੈ ਆਪਣਾ, ਉਹ ਕਿਸੇ ਮਕਸਦ ਰਾਹੀਂ ਦਿੱਤਾ ਹੈ। ਉਸ ਟਾਈਮ ਆਜ਼ਾਦੀ ਦੀ ਗੱਲ ਚੱਲਦੀ ਸੀ ਤਾਂ ਉਹਨੂੰ ਉਹਨਾਂ ਨਾਲ ਜੋੜ ਕੇ ਦੇਖਿਆ ਜਾਂਦਾ। ਪਰ ਉਹਨਾਂ ਨੂੰ ਅੱਤਵਾਦੀ ਕਹਿਣਾ ਕੀ ਤੁਸੀਂ ਜਾਇਜ਼ ਸਮਝਦੇ ਹੋ? ਕਿਸ ਤਰ੍ਹਾਂ ਲੈਂਦੇ ਹੋ ਇਸ ਸ਼ਬਦ ਨੂੰ, ਅੱਤਵਾਦੀ ਨੂੰ? ਤੇ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਅੱਜ ਦੀ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਕਿੱਦਾਂ ਦਾ ਸੁਨੇਹਾ ਦਿੰਦਾ ਜੀ ਪੰਜਾਬੀਆਂ ਨੂੰ?
ਦੇਖੋ, ਜਿਹੜੇ ਸਿਮਰਨਜੀਤ ਸਿੰਘ ਮਾਨ ਤਾਂ ਕਈ ਕਿਸਮ ਦੇ ਬਿਆਨ ਦੇਣ ਦੇ ਆਦੀ ਹਨਗੇ, ਆਪਾਂ ਜਾਣਦੇ ਹਾਂ ਸਾਰੇ। ਲੇਕਿਨ ਇਹ ਜਿਹੜਾ ਬਿਆਨ ਇੱਕ ਪੱਖੋਂ ਤਾਂ ਜਿਹੜਾ ਇਹ ਕਹਿੰਦੇ ਨੇ ਵੀ ਇਹਨੂੰ ਸ਼ਹੀਦ ਨਹੀਂ ਗਿਣਿਆ ਜਾ ਸਕਦਾ ਭਗਤ ਸਿੰਘ ਨੂੰ, ਇਸ ਪੱਖੋਂ ਤਾਂ ਇਹ ਠੀਕ ਹੈ, ਕਿਉਂਕਿ ਜਿਹੜਾ ਸ਼ਹਾਦਤ ਦਾ ਦਰਜਾ ਹੈ ਉਸ ਦੀਆਂ ਰਿਕੁਆਇਰਮੈਂਟਸ ਹਨਗੀਆਂ, ਔਰ ਉਹਨਾਂ ਦੇ ਵਿੱਚ ਜਿਵੇਂ ਮਾਪਦੰਡ ਹੁੰਦੇ ਨੇ। ਹੁਣ ਤੁਸੀਂ ਦੇਖੋ ਵੀ ਇੱਕ ਡੈਫੀਨੇਸ਼ਨ ਹੁੰਦਾ ਇੱਕ ਚੀਜ਼ ਦਾ, ਜਿਵੇਂ ਹੁਣ ਪਾਣੀ, ਹਵਾ ਪਾਣੀ ਹੈ, H2O, ਇਹ ਦੋ ਐਲੀਮੈਂਟ ਮਿਲਦੇ ਆ, ਹਾਈਡਰੋਜਨ ਦੇ ਇੱਕ ਐਲੀਮੈਂਟ ਮਿਲਦਾ, ਆਕਸੀਜਨ ਦਾ ਜਾਂ ਮੋਲੀਕੂਲ ਮਿਲਦੇ ਤੇ ਪਾਣੀ ਬਣਦਾ। ਇਸ ਤਰ੍ਹਾਂ ਡੈਫੀਨੇਸ਼ਨ ਹੁੰਦਾ। ਤਾਂ ਡੈਫੀਨੇਸ਼ਨ ਦੇ ਅਨੁਸਾਰ ਤਾਂ ਭਗਤ ਸਿੰਘ ਔਰ ਸਿੱਖ ਪਰੰਪਰਾ ਦੇ ਵਿੱਚ ਸ਼ਹੀਦ ਨਹੀਂ ਹੈ। ਇਸਲਾਮਿਕ ਪਰੰਪਰਾ ਦੇ ਵਿੱਚ ਵੀ ਇਸ ਦਾ ਕੋਈ ਸ਼ਹਾਦਤ, ਕਿਉਂਕਿ ਉੱਥੋਂ ਸ਼ੁਰੂ ਹੁੰਦੀ ਹੈ ਇਸਲਾਮਿਕ ਪਰੰਪਰਾ ਤੋਂ, ਤਾਂ ਉਸ ਦੇ ਵਿੱਚ ਵੀ ਕਈ ਕਿਸਮ ਦੀਆਂ ਛੋਟਾਂ ਆਉਣਗੀਆਂ। ਜਿਵੇਂ ਹੁਣ ਕਿ ਜੇ ਫਰਜ਼ ਕਰੋ ਕੋਈ ਬੰਦਾ ਬੈਠਾ ਪ੍ਰਮਾਤਮਾ ਦਾ ਨਾਮ ਲੈ ਰਿਹਾ ਜਾਂ ਨਮਾਜ਼ ਪੜ੍ਹ ਰਿਹਾ ਤੇ ਉਸ ਨੂੰ ਕੋਈ ਆ ਕੇ ਮਾਰ ਦਿੰਦਾ ਤਾਂ ਉਹ ਵੀ ਸ਼ਹੀਦ ਹੈ। ਸੋ ਉਹਨਾਂ ਪਰੰਪਰਾਵਾਂ ਦੇ ਵਿੱਚ ਵੀ ਇਹ ਨਹੀਂ ਆਉਂਦਾ। ਹੁਣ ਜਿਹੜੀ ਪਰੰਪਰਾ ਦੇ ਵਿੱਚ ਇਹ ਲੋਕ ਇਸ ਨੂੰ ਫਿੱਟ ਕਰਨਾ ਚਾਹੁੰਦੇ ਆ, ਉਹ ਦੱਸਦੇ ਨਹੀਂ ਹਨ ਕਿ ਕਿਹੜੀ ਪਰੰਪਰਾ 'ਚ ਫਿੱਟ ਆਉਂਦਾ, ਫਿਰ ਉਸ ਨੂੰ ਵਰਤਦੇ ਹਨਗੇ ਸਿੱਖਾਂ ਦੇ ਬਰਖਲਾਫ, ਸਿੱਖੀ ਦੇ ਬਰਖਲਾਫ। ਤੇ ਇਸ ਕਰਕੇ ਮਾਨ ਨੂੰ ਹੋ ਸਕਦਾ ਗੁੱਸਾ ਹੋਵੇ ਤੇ ਇਸ ਕਰਕੇ ਉਹ ਕਹਿੰਦਾ ਹੋਵੇ ਵੀ ਇਹ ਅੱਤਵਾਦੀ ਸੀ। ਹੁਣ ਅੱਤਵਾਦੀ ਤਾਂ ਦੇਖੋ, ਇਹ ਅੱਜ ਕੱਲ ਬਹੁਤ ਬੁਰਾ ਲਫ਼ਜ਼ ਹੈ। ਸਾਡੇ ਇੱਥੇ ਖਾੜਕੂ ਸਿੰਘ ਹੋਏ ਨੇ, ਕਿੰਨੇ ਉਹਨਾਂ ਦੇ ਕਾਰਨਾਮੇ ਸਨ, ਔਰ ਬੜੇ ਬੜੇ, ਹੁਣ ਬਲਵਿੰਦਰ ਸਿੰਘ ਜਟਾਣੀ ਦੀ ਗੱਲ ਚੱਲੀ ਹੈ ਤੇ ਤੁਸੀਂ ਦੇਖਿਆ ਵੀ ਇਸ ਨੇ ਕਿਸ ਤਰ੍ਹਾਂ ਨਾਲ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਤੇ ਕਿੰਨਾ ਕੀਤਾ ਇਸਨੇ, ਤੇ ਉਸ ਨੂੰ ਅੱਤਵਾਦੀ ਕਿਸ ਤਰ੍ਹਾਂ ਕਹਿ ਸਕਦੇ ਹਾਂ ਆਪਾਂ, ਜਿਹੜਾ ਲੋਕਾਂ ਦੇ ਭਲੇ ਦੇ ਵਾਸਤੇ ਇਸ ਰਾਹ ਦੇ ਉੱਤੇ ਪੈ ਕੇ ਤੇ ਇਹ ਕੰਮ ਕਰਦਾ, ਕਤਲ ਕਰਨ ਦਾ ਕਿਸੇ ਨੂੰ ਕੰਮ ਕਰਦਾ ਹੈ। ਇਹ ਜਗਤਾਰ ਸਿੰਘ ਹਵਾਰਾ ਹੈਗਾ, ਇਹ ਲੋਕ ਹਨ ਕਿ ਜਿਹੜੇ ਦੂਸਰੇ, ਜਿਨ੍ਹਾਂ ਨੇ ਜਿਸ ਵੇਲੇ ਕਿ ਪੰਜਾਬ ਦੇ ਵਿੱਚ ਪੁਲਿਸ ਹਲਕੀ ਫਿਰਦੀ ਸੀ ਔਰ ਥਾਂ ਦੇ ਉੱਤੇ ਜਿਹੜਾ ਸਾਹਮਣੇ ਆਇਆ ਬੱਚਾ ਉਸ ਨੂੰ ਫੜ ਕੇ ਮਾਰ ਦਿੰਦੀ ਸੀ, ਤਾਂ ਉਸ ਵੇਲੇ ਉਹਨਾਂ ਲੋਕਾਂ ਨੇ ਉਸ ਨੂੰ ਠੱਲ ਪਾਈ। ਤਾਂ ਉਹਨਾਂ ਨੂੰ ਅੱਤਵਾਦੀ ਕਿਸ ਤਰ੍ਹਾਂ ਕਹਿ ਸਕਦੇ ਹਾਂ ਅਸੀਂ? ਕਤਲ ਤਾਂ ਉਹਨਾਂ ਨੇ ਵੀ ਕੀਤੇ ਨੇ, ਤੇ ਲੇਕਿਨ ਉਹ ਇਹ ਪੋਲੀਟੀਕਲ ਕਤਲ ਹੁੰਦੇ ਨੇ। ਔਰ ਇਹ ਜਿਹੜਾ ਭਗਤ ਸਿੰਘ ਦਾ ਕਤਲ ਸੀ, ਇਹ ਵੀ ਪੋਲੀਟੀਕਲ ਕਤਲ ਸੀ। ਇਸ ਨੂੰ ਅੱਤਵਾਦੀ ਯਾਦ ਕਹਿਣਾ ਠੀਕ ਨਹੀਂ ਹੈ। ਇਸ ਦੇ ਵਿੱਚ ਸ਼ਾਇਦ ਮਾਨ ਨੂੰ ਭੁਲੇਖਾ ਲੱਗ ਗਿਆ, ਜਾਂ ਗਲਤੀ ਕਰ ਗਏ, ਜਾਂ ਫਿਰ ਇਹ ਕੋਈ ਕੰਟਰੋਵਰਸੀ ਰੇਜ਼ ਕਰਨ ਵਾਸਤੇ ਸ਼ਾਇਦ ਉਹਨਾਂ ਨੇ ਕੀਤਾ, ਜਾਣ ਕੇ ਇਹ ਨਹੀਂ ਕਹਿ ਸਕਦੇ। ਲੇਕਿਨ ਇਹਨਾਂ ਪੈਰਾਮੀਟਰਸ ਦੇ ਵਿੱਚ ਇਹ ਬਾਉਂਡਰੀ ਉਦਾਲੇ ਵਲ ਕੇ ਤੇ ਅਸੀਂ ਉਸ ਨੂੰ ਭਗਤ ਸਿੰਘ ਦੀ ਅਸੈਸਮੈਂਟ ਕਰ ਸਕਦੇ ਹਾਂ। ਨਾ ਕੋਈ ਉਹ ਬਹੁਤਾ ਵੱਡਾ ਥਿੰਕਰ ਸੀ, ਨਾ ਉਹ ਬਹੁਤਾ ਵੱਡਾ ਕੋਈ ਮੂਵਮੈਂਟ ਚਲਾਉਣ ਵਾਲਾ ਬੰਦਾ ਸੀਗਾ, ਨਾ ਉਸ ਦਾ ਕੋਈ ਪੁਖਤਾ ਧਾਰਮਿਕ ਯਕੀਨ ਸੀ, ਨਾ ਉਸ ਦਾ ਕੋਈ ਬਹੁਤਾ ਕੋਈ ਭਾਰਤ ਮਾਤਾ ਨਾਲ, ਜਿਵੇਂ ਬੰਗਾਲ ਦੇ ਸਨ ਕ੍ਰਾਂਤੀਕਾਰੀ, ਉਹ ਲੋਕ ਭਾਰਤ ਮਾਤਾ ਦੀ ਕਾਲੀ ਦੇ ਰੂਪ ਦੇ ਵਿੱਚ ਪੂਜਾ ਕਰਦੇ ਸੀਗੇ ਤੇ ਉਹ ਲੋਕ ਉਹਦੇ ਵਾਸਤੇ ਕੁਰਬਾਨੀ ਦਿੰਦੇ ਸਨ। ਨਾ ਹੀ ਉਸ ਤਰ੍ਹਾਂ ਦਾ ਇਹਦਾ ਵਿਚਾਰ ਸੀਗਾ। ਫਿਰ ਇਹ ਕਹਿੰਦਾ ਮੈਂ ਨਾਸਤਿਕ ਵੀ ਹਾਂ। ਇਹੋ ਜਿਹੇ ਲੇਖ ਇਸ ਦੇ ਪਤਾ ਨਹੀਂ ਨਾਮ ਮੜੇ ਗਏ ਹੈ ਕਿ ਇਸ ਨੇ ਲਿਖੇ ਨੇ, ਕਿਉਂਕਿ ਸਾਲ 2 ਸਾਲ ਦਾ ਸਮਾਂ ਇਸ ਨੂੰ ਸਿਰਫ ਜੇਲ੍ਹ ਦੇ ਵਿੱਚ ਲਿਖਣ ਦਾ ਮਿਲਿਆ ਤੇ ਉਸ ਦੇ ਵਿੱਚ ਇੰਨਾ ਕੁਛ ਇਹ ਪੋਸੀਬਲ ਨਹੀਂ ਸੀ ਜੋ ਕੁਛ ਇਹਨਾਂ ਦੇ ਨਾਂ ਦੇ ਉੱਤੇ ਲਾਈ ਜਾਂਦੇ ਨੇ। ਸੋ ਇਹ ਸਾਰਾ ਕੁਛ ਗੰਧਲਾ ਹੋਇਆ ਹੈ ਸਾਰਾ। ਇਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਦੀ ਚੰਗੀ ਤਰ੍ਹਾਂ ਨਾਲ ਸ਼ਨਾਖਤ ਕਰਕੇ ਤੇ ਇਸ ਦੇ ਬਾਰੇ ਲੋਕਾਂ ਦੇ ਵਿਚਾਰ, ਜਿਹੜੇ ਉਹ ਉਸ ਵੇਲੇ ਦੇ ਲੋਕਾਂ ਦੇ ਵਿਚਾਰ ਲੈ ਕੇ ਤੇ ਫਿਰ ਉਹਦੀ ਅਸੈਸਮੈਂਟ ਕਰਨ ਔਰ ਉਸ ਦਾ ਦਰਜਾ ਨਿਯਤ ਕਰਨ। ਅਸੀਂ ਇਹ ਜਿਸ ਵੇਲੇ ਪਿਛਲੀ ਵਾਰੀ ਇਹ ਬਹਿਸ ਚੱਲੀ ਸੀ, ਉਸ ਤੋਂ ਬਾਅਦ ਅਸੀਂ ਇੱਕ ਕਿਤਾਬ ਇਸ ਦੇ ਉੱਤੇ ਛਾਪੀ ਸੀਗੀ, ਉਹ ਇਹ ਹੈ। ਤੇ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹ ਸਾਰਾ ਗੰਧਲਾਪਣ ਜਿਹੜਾ ਹੈਗਾ ਇਸ ਨੂੰ ਨਿਤਾਰਿਆ ਜਾਵੇ। ਤੇ ਉਸ ਵੇਲੇ ਮੇਰੇ ਖਿਆਲ ਦੇ ਵਿੱਚ ਐਕਸੈਪਟੇਬਲ ਵੀ ਹੋ ਗਈ ਸੀ। ਪਰ ਅੱਜ ਕੱਲ੍ਹ ਲੋਕਾਂ ਦੇ ਵਿੱਚ ਪੜ੍ਹਨ ਦੀ ਪ੍ਰਵਿਰਤੀ ਹੈ ਨਹੀਂ। ਉਹ 15-20 ਸਾਲ ਪੁਰਾਣੀਆਂ ਗੱਲਾਂ ਉਹ ਭੁੱਲ ਜਾਂਦੇ ਨੇ ਤੇ ਅਗਾਂਹ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸੋਝੀ ਨਹੀਂ ਮਿਲਦੀ ਜਾਂ ਸੇਧ ਨਹੀਂ ਮਿਲਦੀ। ਤੇ ਇਸ ਦੇ ਵਿੱਚ ਫਿਰ ਇਹੋ ਜਿਹੇ ਰੌੜ ਘਚੌੜੇ ਔਰ ਇਹੋ ਜਿਹੇ ਲਫ਼ਜ਼ ਵਰਤ ਕੇ ਤੇ ਲੋਕਾਂ ਦਾ ਅਟੈਂਸ਼ਨ ਡਰਾਅ ਕਰਨਾ ਪੈਂਦਾ। ਸ਼ਾਇਦ ਸਿਆਸਤ ਦੀ ਇਹ ਮਜਬੂਰੀ ਹੈ ਸਾਡੇ ਸਮਿਆਂ ਦੇ ਵਿੱਚ। ਜੀ ਗੁਰਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਬੁੱਲੇ ਵਿਚਾਰ ਜਿਹੜੇ ਦਰਸ਼ਕਾਂ ਦੇ ਰੂਬਰੂ ਕੀਤੇ ਆ। ਇਸੇ ਤਰ੍ਹਾਂ ਅੱਗੇ ਵੀ ਤੁਹਾਡੇ ਤੋਂ ਆਸ ਰੱਖਾਂਗੇ ਕਿ ਏਦਾਂ ਦੇ ਵਿਸ਼ਿਆਂ ਦੇ ਉੱਤੇ ਤੁਸੀਂ ਇਸ ਚੈਨਲ ਦੇ
ਰਾਹੀਂ ਦਰਸ਼ਕਾਂ ਦੇ ਰੂਬਰੂ ਹੁੰਦੇ ਰਹੋਗੇ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਪਰਮਿੰਦਰ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਦਰਸ਼ਕਾਂ ਦੇ ਰੂਬਰੂ ਕੀਤਾ ਔਰ ਮੈਨੂੰ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਹੈ। ਜਿੱਥੋਂ ਤੱਕ ਵੀ ਹੋ ਸਕਿਆ ਮੈਂ ਤੁਹਾਡੇ ਨਾਲ ਕੋਆਪਰੇਟ ਕਰਾਂਗਾ, ਜੋ ਵੀ ਕਰ ਸਕਦਾ ਜ਼ਰੂਰ ਜਿਹੋ ਜਿਹਾ ਵੀ ਵਿਚਾਰ ਆਉਣਗੇ ਉਹ ਜਿਹੇ ਪੇਸ਼ ਕਰਾਂਗੇ। ਸ਼ੁਕਰੀਆ ਜੀ, ਧੰਨਵਾਦ ਜੀ। ਸੋ ਤੁਸੀਂ ਬਣੇ ਰਹੋ ਲੋਕ ਰਾਣੀ ਚੈਨਲ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।